ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਸਾਪ ਕੁੰਚ ਛੋੜੈ, ਬਿਖ ਨਹੀਂ ਛਾੜੈ। ਉਦਕ ਮਾਹੇ ਜੈਸੇ ਬਾਗ ਧਿਆਨ ਮਾਂਡੈ। ਕਾਹੇ ਕਉ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਰਹਾਉ ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਨਾਮੇ ਕੇ ਸੁਆਮੀ ਲਾਹੇ ਲੈ ਝਗਰਾ, ਰਾਮ ਰਸਾਇਨ ਪਿਓ ਰੇ ਦਗਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਭਗਤ ਨਾਮਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਭਗਤ ਨਾਮਦੇਵ ਜੀ ਨਾਮ ਜਪਣ ਵਾਲਿਆਂ ਦੇ ਉੱਤੇ ਹੀ ਤਰਕ ਕਰ ਰਹੇ ਨੇ, ਪਰ ਜਿੰਨਾ ਚਿਰ ਇਸ ਸਮੁੱਚੇ ਸ਼ਬਦ ਨੂੰ ਸਮਝਿਆ ਨਾ ਗਿਆ ਤੇ ਫਿਰ ਸਾਨੂੰ ਅਰਥ ਕਲੀਅਰ ਨਹੀਂ ਹੋਣਗੇ। ਮੈਂ ਪਹਿਲਾਂ ਆਖਰੀ ਅਰਥ ਕਰ ਦੇਵਾਂ। ਭਗਤ ਨਾਮਦੇਵ ਜੀ ਕਹਿਣ ਲੱਗੇ, ਭਲਿਆ ਤੇਰਾ ਧਿਆਨ ਲਾਉਣ ਦਾ ਫਾਇਦਾ ਕੀ, ਤੇਰਾ ਬਾਣੀ ਪੜ੍ਹਨ ਦਾ ਜਾਪ ਕਰਨ ਦਾ ਫਾਇਦਾ ਕੀ, ਜੇ ਤੇਰਾ ਮਨ ਹੀ ਸ਼ੁੱਧ ਨਾ ਹੋਇਆ। ਤੇ ਇੱਥੇ ਉਦਾਹਰਨਾਂ ਜਿਹੜੀਆਂ ਨੇ ਉਹ ਭਗਤ ਨਾਮਦੇਵ ਜੀ ਨੇ ਜਿਹੜੀਆਂ ਉਹ ਕੁਝ ਦਿੱਤੀਆਂ ਨੇ। ਪਹਿਲੀ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਇੱਕ ਸੱਪ ਆਪਣੀ ਕੁੰਝ 'ਤੇ ਛੱਡ ਜਾਂਦਾ, ਜ਼ਹਿਰ ਨਹੀਂ ਨਾ ਛੱਡਦਾ, ਉਹਦਾ ਕੁੰਝ ਛੱਡੇ ਦਾ ਕੀ ਫਾਇਦਾ। ਇੱਕ ਬਗਲਾ ਪਾਣੀ ਦੇ ਵਿੱਚ ਧਿਆਨ ਲਾ ਕੇ ਬੈਠਾ ਏ, ਹੰਸ ਦਾ ਭੁਲੇਖਾ ਪਾਉਂਦਾ ਜੀ ਉਹ ਡੱਡੀਆਂ ਮੱਛੀਆਂ ਖਾਣੀਆਂ ਨਹੀਂ ਛੱਡਦਾ, ਉਹਦੀ ਸਮਾਧੀ ਦਾ ਕੀ ਫਾਇਦਾ। ਅਗਲੀ ਗੱਲ ਕਹੀ, ਕਹਿਣ ਲੱਗੇ ਜਿਹੜਾ ਮਨ ਨਿਰਦਈ ਹਿਰੇ ਰੂਪ ਦੇ ਵਿੱਚ ਗਲਤ ਭਾਵਨਾ ਦੇ ਨਾਲ ਲੋਕਾਂ ਦਾ ਹੱਕ ਪਿਆ ਖਾਂਦਾ ਏ, ਤੇ ਕਹਿਣ ਲੱਗੇ ਇਹੋ ਜਿਹੇ ਨੂੰ ਮਨੁੱਖ ਨੂੰ ਭਾਵੇਂ ਉਹਨੇ ਧਰਮ ਦਾ ਬਾਣਾ ਪਾਇਆ, ਲੋਕ ਠੱਗ ਕਹਿੰਦੇ ਨੇ। ਜੇ ਆਹ ਕੁਝ ਤੂੰ ਕਰਮ ਕਰਨੇ ਨੇ, ਇਹ ਤੋਂ ਚੰਗਾ ਰੱਬ ਰੱਬ ਨਾ ਹੀ ਕਰਿਆ ਕਰੋ, ਕੋਈ ਫਾਇਦਾ ਨਹੀਂ ਹੈਗਾ। ਅੱਜ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਕਾਹੇ ਕਉ ਕੀਜੈ ਧਿਆਨ ਜਪੰਨਾ। ਕਾਹੇ ਦਾ ਅਰਥ ਹੈ ਕਾਹਦੇ ਵਾਸਤੇ, ਕੀਜੇ ਦਾ ਅਰਥ ਹੈ ਕਰਦਾ ਪਿਆ ਹੈ। ਕਾਹਦੇ ਵਾਸਤੇ ਕਰਦਾ, ਕੀ ਕਰਦਾ ਹੈ ਜੀ। ਧਿਆਨ ਜਪੰਨਾ, ਇਹ ਦੋ ਸ਼ਬਦ ਨੇ। ਧਿਆਨ ਦਾ ਅਰਥ ਹੈ ਸੁਰਤ ਦਾ ਜੁੜਨਾ, ਜਪੰਨਾ ਦਾ ਅਰਥ ਕਰਾਂਗੇ ਇੱਕ ਮੰਤਰ ਦਾ ਜਾਪ ਕਰਨਾ। ਕਹਿਣ ਲੱਗੇ ਤੂੰ ਸਮਾਧੀ ਲਾ ਕੇ ਮੰਤਰ ਦਾ ਜਾਪ ਕਰਦਾ ਹੈ, ਬਾਣੀ ਪੜ੍ਹਦਾ, ਕਾਹਦੇ ਵਾਸਤੇ। ਜਬ ਤੇ ਸ਼ੁੱਧ ਨਾਹੀ ਮਨ ਆਪਣਾ, ਜੇ ਤੇਰਾ ਮਨ ਹੀ ਸ਼ੁੱਧ ਨਾ ਹੋਇਆ ਤੇ ਤੇਰਾ ਬਾਣੀ ਪੜ੍ਹੇ ਦਾ, ਨਾਮ ਜਪੇ ਦਾ ਫਾਇਦਾ ਕੀ। ਇਹ ਇਸ ਪਾਵਨ ਸ਼ਬਦ ਦਾ ਜਿਹੜਾ ਹੈ ਉਹ ਅੱਖਰੀ ਅਰਥ ਨੇ। ਪਹਿਲਾਂ ਮੈਂ ਰਹਾਉ ਵਾਲੀਆਂ ਪੰਕਤੀਆਂ ਸਮਝਾ ਦੇਵਾਂ, ਕਿਉਂਕਿ ਫਿਰ ਇਹਦੇ ਭਾਵ ਅਰਥ ਸਮਝਣੇ ਪੈਣੇ ਨੇ। ਇੱਕ ਗੱਲ ਯਾਦ ਰੱਖਿਓ, ਜਿਹੜਾ ਮਨ ਹੈ ਉਹਦੀ ਪਰਿਭਾਸ਼ਾ ਮੈਂ ਬੜੀ ਵਾਰੀ ਦਿੱਤੀ ਹੈ। ਸਾਡੇ ਫੁਰਨਿਆਂ ਦਾ ਇਕੱਠ ਹੈ, ਫੁਰਨਿਆਂ ਦਾ ਸੰਗ੍ਰਹਿ ਹੈ। ਜਿੱਦਾਂ ਦੇ ਤੁਹਾਡੇ ਫੁਰਨੇ ਨੇ ਉਹਨੂੰ ਹੀ ਅਸੀਂ ਮਨ ਕਹਿੰਦੇ ਹਾਂ, ਉੱਦਾਂ ਦੇ ਖਿਆਲ ਬਣਦੇ ਨੇ, ਖਿਆਲਾਂ ਤੋਂ ਜੀਵਨ ਦੀ ਰੂਪ ਰੇਖਾ ਬਣਦੀ ਹੈ। ਪਰ ਜਿਸ ਵੇਲੇ ਮਨ ਸ਼ੁੱਧ ਦੀ ਗੱਲ ਚੱਲਦੀ ਹੈ ਨਾ, ਮਨ ਸਾਫ਼ ਦੀ ਗੱਲ ਚੱਲਦੀ ਹੈ, ਤੇ ਯਾਦ ਰੱਖਿਓ ਮਨ ਬਾਣੀ ਪੜ੍ਹਨ ਦੇ ਨਾਲ, ਨਾਮ ਜਪਣ ਦੇ ਨਾਲ ਸਾਫ਼ ਹੋਣਾ ਹੈ। ਇੱਦਾਂ ਕਦੀ ਨਹੀਂ ਹੋ ਸਕਦਾ ਕਿ ਤੁਸੀਂ ਬਾਣੀ ਮਨ ਸਾਫ਼ ਕਰਕੇ ਪੜ੍ਹੋ। ਇਹ ਅੱਜ ਦਾ ਜਿਹੜਾ ਸ਼ਬਦ ਹੈ, ਸਾਨੂੰ ਇਹਦਾ
ਇਹ ਡੂੰਘਾਈ ਨੂੰ ਪਹਿਲਾਂ ਸਮਝਣਾ ਪੈਣਾ कि मन का इत्थे अर्थ की कीता है। जे तो तुसी ये अखरी अर्थ ये कर गए कि जब ते शुद्ध ना ही मन अपना, जे अपना मन ही शुद्ध नहीं है फिर बाणी पढ़े का की फायदा। तो याद रखियो जे मन पहला ही शुद्ध हो गया फिर मैनू दसो बाणी पढ़न का फायदा भी की है। आप नाम तो जपना तां है, बाणी तो तां पढ़नी है कि मन शुद्ध होवे। तो जब मन पहला ही शुद्ध हो गया फिर बाणी नूं आपां करना भी की है। ये एक बड़ा तगड़ा लॉजिक है। इनू समझण वास्ते एक दो उदाहरण दे देना। एक मनुख किसी डॉक्टर दे कोल जांदा है, कहंदा मैं बीमार हाँ, राजी हो जावां ते डॉक्टर को जाके दवाई लै आवांगा। तुसीं दसो भला जे वो राजी हो गया तो फिर उन्हें डॉक्टर को लैण की जाना है। मनुख डॉक्टर दे कोल उदों जांदा जदों वो बीमार है, दवाई उदों खांदा जदों बीमार है। राजी खुशी कौन दवाई खांदा है, कौन डॉक्टर दे कोल जांदा है। सो इत्थे मन का अर्थ करना नीयत। जे तेरी नीयत साफ नहीं ना हैगी तो बाणी पढ़न का कोई फायदा नहीं है तेन। एक गल याद रखियो, ये इन्हां च थोड़ा थोड़ा अंतर आवेगा। एक नीयत हुंदी है, एक मन हुंदा है। मन साडे फुरने ने, जिवें मैं हुणे तुहाडे नाल साझा कीता। फुरने की है कि मनुख दे मन दे विच किसी भी चीज़ नूं वेख के कई तरह के फुरने उठते हैं, गलत या मलत दे दो रूप ये सामने आउंदे ने। तुसी किसी दी कोठी देखदे जे तो तुहाडे नीयत साफ है, मन आखेगा कि बंदे ने बड़ी मेहनत की है। जे नीयत खोटी है, तुहाडा मन आखेगा भी ये कोठी मेरे को किद्दां होवे, इहदा बेड़ा गर्क करके मैं इहदा काम किद्दां सूत्र करा। मन का अपना काम है, नीयत अपना है। नीयत असी साफ रखनी है। मन की हुंदा है, इनू फिर थोड़ा जिहा समझ लीए कि जिहड़ा मन है ना, वो निक्कियां निक्कियां चीज़ां दे नाल उहदे अंदर गंदगी जाती रहिंदी है। इनू मैं थोड़ा जिहा सौखा कर देवां। जिवें एक कमरे दे विच एक कूड़ा हुंदा ते एक घट्टा हुंदा है। दोवें मैं पेंडू शब्द वरते, इन्हां दोवां च अंतर, एक कूड़ा है एक घट्टा है। कूड़ा वो है जिहड़ा तुसीं हूंज लैंदे जे उहदे नाल झाड़ू दे नाल। घट्टा सारा हूंजिया नहीं जाता, घट्टा कई बारी फड़ के झाड़ना पैंदा है। साडी बैड शीट है, उत्ते कूड़ा नहीं, उहदे ते घट्टा कई बारी पै जांदा। तुसीं उहनूं विछाई रखो, बूहा खुला है जां माड़ा मोटी कोई ताकी खुली, अंदर जिहड़ा घट्टा आण के उहदे ते जम गया। कंधां नूं तुसीं हत्थ मारो, उन्हां ते घट्टा जम्मिया होया, उन्हां ते कूड़ा नहीं है। इनू इउं कह देवां, जिहड़ा मन है ये घट्टे दी न्याई, ये बहुत बरीक जम्मिया होया है। जिहड़ी नीयत है ये कूड़ा, इनू उत्तों उत्तों साफ कर दिता जाता है। हुण जो तुसीं घट्टा साफ करना है, वो उहदे वास्ते मेहनत सख्त करन दी लोड़ पैंदी है। कई बारी आ साडे कोल टाट विषय ने ना, सेवादार इन्हां ते झाड़ू मार देंदे ने, झाड़ू मारन दे नाल कूड़ा हुंजिया जांदा है, पर फिर भी किते इनू तुसीं जोर दे नाल बाहर जाके झाड़ोगे, विचों घट्टा निकलदा है। हुण जिहड़ी नीयत है ते जिहड़ा मन है, ये मैं सिर्फ समझण वास्ते उदाहरण दित्तियां। मन नूं तुसीं घट्टा मन लो ते नीयत नूं कूड़ा मन लो। जिहड़ी मन दे अंदर मैल है ना, वो घट्टे दे वांग बहुत ज़्यादा सूक्ष्म है, बहुत ज़्यादा बरीक हुंदी है। तुसीं किसी मनुख नूं देखदे से उहदे बारे चंगे जां माड़े ख्याल पैदा हो गए, तुसीं उहनूं वेख्या, ख्याल पैदा हो गए, तुसीं घर आए, पर मन दे विच लगातार ख्याल चलदे पए ने चंगे जां माड़े, वो हौली हौली डस्ट बन के तुहाडे जम जावेगी। वो मन गंदला हो गया। तुसीं पाप करने वाली बिरती रखी बैठे जे, क्यों? क्योंकि घट्टा पिया सी, वो मैल बन गई। घट्टा ही मैल बनदी है। जिहड़ा कूड़ा हुंदा वो रोज़ हूंज दिता जाता है। जिहड़ी नीयत है, कई बारी मनुख दी किसी दे पैसा वेख के नीयत खराब हो गई, पर उन्होंने किते इहो जिहे संसार दे विच धक्का लगा, उहदी नीयत साफ है। हुण बेईमानी नहीं करदा, उन्होंने कोई ना कोई सबक मिल चुका होया है। नीयत साफ हो चुकी है, मन साफ नहीं होया अजे। नीयत खोटी सी, नीयत रास हो चुकी है। इस करके जदों असी किसी दे नाल लैन देन दा काम करते हैं, पैसे धले दा जो कोई भी कर्म किया जाता, वो जे ते नीयत खोटी है, नीयत साफ की जाती है। कई लोगों की नीयत साफ होंदी है, मन मैला होंदा है। ज़्यादातर ये है साडे मन सारियां दे मैले ने। हाँ ठीक है कि कईयां ने धर्म का भेख पाया जां कुछ लोगों के अंदर इंसानियत, उन्हां दी नीयत साफ। असीं कह दिंदे जी बंदे दी नीयत बड़ी साफ है। जदों अज दा काम ही इदां दा हो गया ना, कोई भी काम दे विच एजेंट पैंदा है, हरेक काम दे विच असीं कहने उत्ते भरोसा कर लीए बंदे दी नीयत बड़ी साफ है।
ਇਹਦਾ ਭਾਵ ਉਹਦੇ ਸੁਭਾਅ ਚੰਗਾ ਹੈ, ਨੀਅਤ ਸਾਫ਼ ਹੈ, ਉਹ ਸਾਡੇ ਨਾਲ ਧੋਖਾ ਨਹੀਂ ਕਰੇਗਾ, ਠੱਗੀ ਨਹੀਂ ਮਾਰੇਗਾ। ਪਰ ਨੀਅਤ ਸਾਫ਼ ਦਾ ਭਾਵ ਇਹ ਨਹੀਂ ਕਿ ਉਹਦਾ ਮਨ ਸਾਫ਼ ਹੈ। ਹੁਣ ਇਹ ਮੈਂ ਤਾਂ ਥੋੜੀਆਂ ਜਿਹੀਆਂ ਬੇਨਤੀਆਂ ਕਰਕੇ ਸਮਾਂ ਲਾ ਦਿੱਤਾ। ਇਹਨਾਂ ਦੋਵਾਂ ਚੀਜ਼ਾਂ ਨੂੰ ਵੱਖ-ਵੱਖ ਲੈ ਕੇ ਚੱਲਣਾ, ਇੱਕ ਨੀਅਤ ਇੱਕ ਮਨ ਹੈ। ਜਿਹੜਾ ਮਨ ਹੈ ਉਹਨੂੰ ਪ੍ਰਮਾਤਮਾ ਦਾ ਨਾਮ ਹੀ ਸ਼ੁੱਧ ਕਰਦਾ ਹੈ। ਅਸੀਂ ਅੰਮ੍ਰਿਤ ਬਾਣੀ ਦੇ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਜੇ ਅਸੀਂ ਇਹਦੇ ਅਰਥ ਇਹ ਕਰ ਦਿੱਤੇ ਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਅਸੀਂ ਮਨ ਦੇ ਅਰਥ ਮਨ ਕਰਕੇ ਕਹਿ ਦਿੱਤਾ ਕਿ ਭਾਈ ਜੇ ਮਨ ਹੀ ਨਹੀਂ ਸਾਫ਼ ਤੇ ਬਾਣੀ ਪੜ੍ਹਨ ਦਾ ਕੀ ਫਾਇਦਾ, ਫਿਰ ਸੁਖਮਨੀ ਸਾਹਿਬ ਦੇ ਅਰਥ ਕੀ ਕਰੋਗੇ। ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਭਲਿਆ ਸਿਮਰਨ ਕਰਤੇ ਮੈਲ ਜਾਣੀ ਹੈ। ਤੇ ਇੱਥੇ ਭਗਤ ਨਾਮਦੇਵ ਜੀ ਕੀ ਕਹਿ ਰਹੇ ਨੇ ਮਨ ਦਾ, ਇਹਦਾ ਅਰਥ ਹੈ ਤੇਰੀ ਨੀਅਤ ਸਾਫ਼ ਹੋਵੇ। ਨੀਅਤ ਜਿੰਨਾ ਚਿਰ ਕਹਿਣ ਲੱਗੇ, ਮੈਂ ਹੁਣ ਸ਼ਬਦ ਵੱਲ ਆਵਾਂ, ਇਹ ਦੋ ਚੀਜ਼ਾਂ ਸਨ। ਜੇ ਨਾ ਸਮਝ ਲੱਗੇ ਤੇ ਮੇਰੇ ਕੋਲ ਬਾਅਦ ਦੇ ਵਿੱਚ ਪੁੱਛ ਲਿਓ। ਬਹੁਤ ਵਿਸ਼ੇ ਇਹੋ ਜਿਹੇ ਨੇ ਬਾਣੀ ਦੇ ਜਿਹੜੇ ਸਾਨੂੰ ਅੱਜ ਸਮਝਣ ਦੀ ਅਤ ਜ਼ਰੂਰਤ ਹੈ ਜ਼ਿੰਦਗੀ ਦੇ ਵਿੱਚ ਵਿਚਰਨ ਵਾਸਤੇ। ਭਗਤ ਨਾਮਦੇਵ ਜੀ ਕਹਿ ਲਗੇ, ਕਾਹੇ ਕੋ ਕੀਜੈ ਧਿਆਨ ਜਪੰਨਾ। ਕਹਿੰਦੇ ਤੇਰਾ ਧਿਆਨ ਧਰੇ ਦਾ, ਜਾਪ ਕੀਤੇ ਦਾ, ਬਾਣੀ ਪੜ੍ਹੇ ਦਾ ਫਾਇਦਾ ਕੀ, ਜਬ ਤੇ ਨਹੀਂ ਸ਼ੁੱਧ ਮਨ ਆਪਣਾ। ਮੈਂ ਇੱਥੇ ਮਨ ਦੇ ਅਰਥ ਨੀਅਤ ਕੀਤੇ ਨੇ। ਜੇ ਤੇਰੀ ਨੀਅਤ ਰਾਸ ਨਹੀਂ ਹੈ, ਤੇਰੇ ਬਾਣੀ ਪੜ੍ਹੇ ਦਾ ਫਾਇਦਾ ਨਹੀਂ। ਹੁਣ ਮੈਂ ਇਹਦੇ ਪੱਖ 'ਚ ਉਦਾਹਰਨਾਂ ਦੇਣਾ। ਅਸੀਂ ਤਕਰੀਬਨ ਅੱਜ ਹਰੇਕ ਮਨੁੱਖ ਕੋਈ ਨਾ ਕੋਈ ਬਿਜ਼ਨਸ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਪੈਸੇ ਦਾ ਲੈਣ ਦੇਣ ਤੇ ਕਰਦੇ ਹੀ ਆ ਨਾ। ਅਸੀਂ ਕਿਸੇ ਰੂਪ 'ਚ ਵੀ ਕਰਦੇ ਹਾਂ। ਮੰਨ ਲਓ ਮੈਂ ਕਥਾ ਕਰ ਰਿਹਾ, ਮੈਂ ਵੀ ਤਾਂ ਪੈਸੇ ਕਰਕੇ ਕਰ ਰਿਹਾ। ਹਰੇਕ ਚੀਜ਼ ਜਿਹੜੀ ਉਹ ਪੈਸੇ ਕਰਕੇ, ਕਿਉਂਕਿ ਪੈਸੇ ਤੋਂ ਬਿਨਾਂ ਜ਼ਿੰਦਗੀ ਦਾ ਗੁਜ਼ਾਰਾ ਨਹੀਂ। ਪਰ ਇੱਕ ਪਾਸੇ ਤੁਸੀਂ ਮੂੰਹ ਦੇ ਉੱਤੇ ਰਾਮ ਰਾਮ ਰੱਬ ਰੱਬ ਕਰੀ ਜਾਓ, ਦੂਜੇ ਪਾਸੇ ਕਿਸੇ ਦਾ ਹੱਕ ਮਾਰੀ ਜਾਓ। ਉੱਥੇ ਗੁਰੂ ਆਖੇਗਾ ਕਿ ਭਲਿਆ ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਪਹਿਲਾਂ ਨੀਅਤ ਰਾਸ ਕਰ, ਹੱਕ ਖਾਣਾ ਲੋਕਾਂ ਦਾ ਛੱਡ, ਫੇਰ ਪਾਠ ਕਰੀ, ਉਹਦਾ ਤਾਂ ਫਾਇਦਾ ਹੋਣਾ ਹੈ। ਮਨੁੱਖ ਕੀ ਕਰਦਾ, ਤੁਸੀਂ ਅਕਸਰ ਮੈਂ ਇੱਕ ਉਦਾਹਰਨ ਦੇਣਾ ਨਾ, ਦੁਕਾਨ ਕਿਸੇ ਤੇ ਵੀ ਚਲੇ ਜਾਓ ਨਾ, ਜਿੱਥੇ ਉਹਦਾ ਗੱਲਾ ਹੈ, ਜਿੱਥੇ ਕੁਰਸੀ ਲੱਗੀ ਹੋਈ ਹੈ, ਉੱਥੇ ਇੱਕ ਉੱਪਰਲੇ ਪਾਸੇ ਬਾਕਸ ਬਣਿਆ ਤੁਹਾਨੂੰ ਮਿਲ ਜਾਏਗਾ। ਉਹਦੇ ਵਿੱਚ ਉਹਦੇ ਮੁਤਾਬਕ ਜਿਹੜੇ ਰੱਬ ਨੂੰ ਪੂਜਦਾ ਉਹਦੀ ਫੋਟੋ ਲੱਗੀ ਹੁੰਦੀ ਹੈ। ਜੇ ਸਿੱਖ ਹੈ ਤੇ ਗੁਰੂ ਸਾਹਿਬ ਦੀ, ਜਾਂ ਕਿਸੇ ਬਾਬਾ ਦੀਪ ਸਿੰਘ ਦੀ, ਜਾਂ ਕਿਸੇ ਰੱਬ ਦੇ ਪਿਆਰੇ ਦੀ ਫੋਟੋ ਹੈ। ਜੇ ਹਿੰਦੂ ਹੈ, ਈਸਾਈ, ਉਹਨੇ ਆਪਣੇ ਇਸ਼ਟ ਦੇ ਮੁਤਾਬਕ ਫੋਟੋ ਲਾਈ ਹੈ, ਥੱਲੇ ਧੂਫ ਵੱਟੀ ਕੀਤੀ ਹੁੰਦੀ ਹੈ, 5-7 ਅਗਰਬੱਤੀਆਂ ਅੱਗੇ ਪਈਆਂ ਹੁੰਦੀਆਂ ਨੇ। ਸਵੇਰੇ ਦੁਕਾਨ ਖੋਲ੍ਹਦਾ, ਪਾਣੀ ਲੈਂਦਾ, ਜਲ ਦਾ ਛੱਟਾ ਮਾਰਦਾ, ਪਾਠ ਕਰਦਾ, ਧੂਫ ਵੱਟੀ ਦੇ ਦਿੰਦਾ ਹੈ। ਚੰਗੀ ਗੱਲ ਹੈ। ਜਦੋਂ ਦੁਕਾਨਦਾਰੀ ਖੋਲ੍ਹਣੀ ਹੈ, ਉਹਨੂੰ ਨਮਸਕਾਰ ਕਰਨੀ, ਉਹਦੇ ਉੱਤੇ ਪਰਮਾਤਮਾ ਦਾ ਨਾਮ ਬਹਿ ਕੇ ਜਪਣਾ ਕਿ ਰੱਬ ਬਰਕਤ ਪਾਵੇ, ਚੰਗੀ ਗੱਲ ਹੈ। ਪਰ ਉਸ ਤੋਂ ਬਾਅਦ ਇੱਕ ਪਰਦਾ ਲੱਗਾ ਹੁੰਦਾ। ਹੁਣ ਪਰਦਾ ਅੱਗੇ ਕਰਤਾ, ਤੂੰ ਸਾਰੀ ਦਿਹਾੜੀ ਬਹਿ ਕੇ ਠੱਗੀਆਂ ਮਾਰੀ ਗਿਆ, ਦੱਸ ਤੇਰੇ ਉੱਤੇ ਸਵੇਰੇ ਪੜੇ ਦਾ ਪਾਠ ਦਾ ਫਾਇਦਾ ਕੀ, ਜੇ ਤੂੰ ਸਾਰੀ ਦਿਹਾੜੀ ਠੱਗੀਆਂ ਹੀ ਮਾਰੀ ਗਿਆ। ਤੇ ਇੱਕ ਮੈਂ ਅੰਮ੍ਰਿਤ ਬਾਣੀ ਦਾ ਬਚਨ ਪੜ੍ਹ ਦੇਵਾਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਤੂੰ ਕਿਸੇ ਦਾ ਹੱਕ ਖਾਨਾ ਨਾ ਤੇ ਤੇਰਾ ਪਾਠ ਨਹੀਂ ਲੱਗਣਾ। ਗੁਰੂ ਇਹ ਗੱਲ ਥੋੜ੍ਹੀ ਕਹਿੰਦਾ ਹੈ। ਯਾਦ ਰੱਖਿਓ, ਅਸੀਂ ਧਰਮ ਨੂੰ ਜਿਹੜਾ ਹੈ ਉਹ ਕੇਵਲ ਤੇ ਕੇਵਲ ਤਨ ਦਾ ਵਿਸ਼ਾ ਬਣਾਇਆ, ਧਰਮ ਮਨ ਦਾ ਵਿਸ਼ਾ। ਜੇ ਤੂੰ ਕਿਸੇ ਦਾ ਹੱਕ ਮਾਰ ਕੇ ਮਨ ਹੀ ਦੁਖੀ ਕਰਕੇ ਆ ਗਿਆ, ਤੇਰੇ ਕਾਰਨ ਕਿਸੇ ਦੇ ਗਰੀਬ ਦੇ ਬੱਚੇ ਭੁੱਖੇ ਮਰਦੇ ਪਏ ਨੇ, ਤੇ ਤੇਰਾ ਧਰਮੀ ਬਣੇ ਦਾ ਕੀ ਫਾਇਦਾ ਬਈ। ਧਰਮ ਤੇ ਤਾਂ ਸੀ ਤੂੰ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਪਾਉਂਦਾ, ਧਰਮ ਤੇ ਤਾਂ ਸੀ ਕਿ ਘਾਲ ਖਾਏ ਕਿਸ ਹੱਥੋਂ ਦੇ, ਕਿਸੇ ਗਰੀਬ ਦਾ ਭਲਾ ਕਰਦਾ। ਤੂੰ ਤੇ ਵੇਖਿਆ ਕੋਈ ਨਹੀਂ, ਗਰੀਬ ਆਇਆ ਅਮੀਰ ਆਇਆ, ਉਹਨੂੰ ਛਿੱਲਣ ਦਾ ਯਤਨ ਕਰ ਦਿੱਤਾ। ਤੇਰਾ ਇੱਥੇ ਧਰਮੀ ਬਣੇ ਦਾ ਫਾਇਦਾ ਕੀ ਹੋਇਆ। ਤੇਰੀ ਨੀਅਤ ਰਾਸ ਨਹੀਂ ਹੈਗੀ, ਤੇਰੀ ਨੀਅਤ ਖੋਟੀ ਹੈ। ਜੇ ਨੀਅਤ ਖੋਟੀ ਹੈ ਨਾ, ਤੇ ਭਗਤ ਨਾਮਦੇਵ ਜੀ ਅੱਜ ਕਹਿੰਦੇ ਤੇਰੇ ਪਾਠ ਕੀਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ। ਜੇ ਮੈਂ ਗੁਰੂ ਘਰ ਬਹਿ ਕੇ, ਮੈਂ ਆਪਣੇ ਤੇ ਗੱਲ ਇਹਨਾਂ, ਮੈਂ ਚਲੋ ਬਾਣੀ ਪੜ੍ਹ ਰਿਹਾ, ਕਥਾ ਕਰ ਰਿਹਾ, ਤੇ ਜੇ ਇੱਥੇ ਬਹਿ ਕੇ ਵੀ ਮੇਰਾ ਧਿਆਨ ਮਾਇਆ ਵਾਲੇ ਪਾਸੇ ਹੈ, ਜੇ ਇੱਥੇ ਬਹਿ ਕੇ ਵੀ ਮੇਰੀ ਨੀਅਤ ਸਾਫ਼ ਨਹੀਂ, ਮੈਂ ਇਉਂ ਕਹਿੰਦਾ ਆਪਣੀ ਡਿਊਟੀ ਪ੍ਰਤੀ ਮੈਂ ਵਫਾਦਾਰ ਨਹੀਂ, ਯਾਦ ਰੱਖਿਓ ਕੀਤੀ ਹੋਈ ਕਥਾ ਦਾ, ਕੀਤੇ ਹੋਏ ਪਾਠ ਦਾ ਕੋਈ ਫਾਇਦਾ ਨਹੀਂ ਜੀ। ਹੁਣ ਭਗਤ ਨਾਮਦੇਵ ਜੀ ਇਹੀਓ ਗੱਲ ਕਹਿ ਰਹੇ ਨੇ, ਕਹਿੰਦੇ ਕਾਹੇ ਕੋ ਕੀਜੈ ਧਿਆਨ ਜਪੰਨਾ। ਕਾਹਦੇ ਵਾਸਤੇ ਚੌਂਕੜੀ ਮਾਰ ਕੇ ਬੈਠਾ ਹੋਇਆ। ਪਹਿਲਾਂ ਨੀਅਤ ਰਾਸ ਕਰ, ਪਹਿਲਾਂ ਗਰੀਬ ਦਾ ਹੱਕ ਮਾਰਨਾ ਜਿਹੜਾ ਸੀ ਉਹ ਛੱਡ ਦੇ। ਪਹਿਲਾਂ ਜਿਹੜੀ ਜ਼ੁਬਾਨ ਦੇ ਨਾਲ ਲੋਕਾਂ ਦੇ ਘਰ 'ਚ ਅੱਗ ਲਾ ਦੇਣਾ ਨਾ ਤੂੰ, ਉਹ ਅੱਗ ਲਾਉਣੀ ਛੱਡ ਦੇ। ਕਈ ਲੋਕ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਚੁਗਲੀ ਦੀ ਬੜੀ ਭੈੜੀ ਵਾਦੀ ਹੈ। ਕਿਸੇ ਦੇ ਘਰ ਦੇ ਵਿੱਚ ਜਾ ਕੇ ਚੁਗਲੀ ਕੀਤੀ, ਘਰ ਦੇ ਵਿੱਚ ਟੱਬਰ ਜਿਹੜਾ ਸੀ ਚੁਗਲੀ ਦੀ ਅੱਗ ਦੇ ਵਿੱਚ, ਈਰਖਾ ਦੀ ਅੱਗ ਦੇ ਵਿੱਚ ਤਬਾਹ ਹੋ ਗਿਆ। ਤੇਰੇ ਪਾਠ ਕਰੇ ਨੂੰ ਕੀ ਕਰਨਾ ਜੇ ਤੇਰੀ ਜ਼ੁਬਾਨ ਮਿੱਠਾ ਬੋਲ ਹੀ ਨਾ ਕਿਸੇ ਦੇ ਪ੍ਰਤੀ ਬੋਲ ਸਕੀ। ਤੇ ਤੇਰੀ ਬਾਡੀ ਨੂੰ ਅਸੀਂ ਤੇਰੇ ਧਰਮ ਦੇ ਭੇਖ ਨੂੰ ਕੀ ਕਰਨਾ ਹੈ ਜੇ ਤੇਰੇ ਅੰਦਰ ਇਨਸਾਨੀਅਤ ਨਾ ਰਹੀ, ਤੇਰੇ ਅੰਦਰ ਦਇਆ ਨਹੀਂ ਰਹੀ,
ਤੇ ਇੱਥੇ ਅੱਜ ਭਗਤ ਨਾਮਦੇਵ ਜੀ ਬਸ ਇਹੋ ਸਮਝਾ ਰਹੇ ਨੇ। ਇੱਥੇ ਮਨ ਦਾ ਅਰਥ ਜਿਹੜਾ ਉਹ ਨੀਅਤ ਕਰਾਂਗੇ ਤੇ ਬਹੁਤ ਸੌਖੇ ਅਰਥ ਬਾਣੀ ਦੇ ਹੋ ਜਾਣਗੇ। ਸੋ ਇਹ ਅੱਜ ਦੇ ਪਾਵਨ ਸ਼ਬਦ ਦਾ ਅੰਤਰੀਵ ਭਾਵ ਹੈ। ਹੁਣ ਆਰੰਭ ਦੇ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਨੀਅਤ ਰਾਸ ਨਹੀਂ ਨਾ, ਆ ਜਿਹੜੀਆਂ 3 ਉਦਾਹਰਨਾਂ ਨੇ ਇਹ ਨੀਅਤ ਖੋਟੀ ਦੀਆਂ ਉਦਾਹਰਨਾਂ ਨੇ ਤੇ ਇਹਨਾਂ ਦੀਆਂ ਚੀਜ਼ਾਂ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਹੁਣ ਆਰੰਭ 'ਚ ਬਖਸ਼ਿਸ਼ ਹੈ ਜੀ ਆਸਾ ਰਾਗ ਹੈ। ਕਹਿਣ ਲੱਗੇ ਸੱਪ ਕੁੰਜ ਛੋਡੈ ਬਿਖ ਨਹੀਂ ਛਾਡੈ। ਆਪ ਨੂੰ ਪਤਾ ਹੋਵੇਗਾ ਸੱਪ ਜਿਹੜਾ ਉਹ ਕੁੰਜ ਉਤਾਰ ਦਿੰਦਾ ਕੁਝ ਸਮੇਂ ਬਾਅਦ। ਬਿਖ ਦਾ ਅਰਥ ਹੈ ਜ਼ਹਿਰ। ਕਈ ਵਾਰੀ ਇੱਦਾਂ ਹੁੰਦਾ ਕਿ ਸਾਡਾ ਹੱਥ ਜਾਂ ਪੈਰ ਜੇ ਸਾਡੀ ਬਾਡੀ ਸੱਪ ਦੇ ਨਾਲ ਟੱਚ ਹੋ ਜੇ ਤੇ ਅਸੀਂ ਕਹਿ ਦਿੰਦੇ ਸਾਨੂੰ ਕੱਖ ਲੱਗ ਗਿਆ, ਕਿਉਂਕਿ ਉਹ ਜ਼ਹਿਰੀਲਾ ਮੰਨਿਆ ਜਾਂਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਸਾਰੇ ਸੱਪ ਜ਼ਹਿਰੀਲੇ ਨਹੀਂ ਕਦੇ ਵੀ ਹੁੰਦੇ। ਜਿੰਨੇ ਸੱਪ ਦੀਆਂ ਪ੍ਰਜਾਤੀਆਂ ਨੇ ਨਾ ਸਾਰੀਆਂ ਜ਼ਹਿਰੀਲੀਆਂ ਨਹੀਂ, ਕੁਝ ਜ਼ਹਿਰੀਲੇ ਸੱਪ ਨੇ। ਚਲੋ ਰਹੋ ਵਿਚਾਰ, ਇਹ ਆਪਣਾ ਵਿਸ਼ਾ ਨਹੀਂ ਅੱਜ ਦਾ। ਹੁਣ ਸੱਪ ਕੀ ਕਰਦਾ, ਆਪਣੀ ਕੁੰਝ ਤੇ ਛੱਡ ਦਿੰਦਾ ਏ ਤੇ ਕੀ ਉਹਦੀ ਕੁੰਝ ਛੱਡਣ ਦੇ ਨਾਲ ਅੰਦਰ ਦਾ ਜ਼ਹਿਰ ਮੁੱਕ ਗਿਆ? ਜ਼ਹਿਰ ਤੇ ਉਹਦੇ ਅੰਦਰ ਭਰਿਆ ਹੈ ਨਾ। ਸੱਪ ਕੁੰਝ ਛੋਡੈ, ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਸੱਪ ਹੈ ਸਾਪ ਕੁੰਝ ਛੋਡੈ, ਸੱਪ ਨੇ ਆਪਣੀ ਕੁੰਝ ਜਿਹੜੀ ਉੱਪਰਲੀ ਖਲੜੀ ਜਿਹੜੀ ਸੀ ਉਹ ਲਾ ਕੇ ਛੱਡ ਦਿੱਤੀ। ਬਿਖ ਨਹੀਂ ਛਾਡੈ ਕਹਿੰਦੇ ਪਰ ਅੰਦਰ ਜਿਹੜਾ ਜ਼ਹਿਰ ਉਹਨੂੰ ਨਹੀਂ ਉਹਨੇ ਛੱਡਿਆ ਹੋਇਆ। ਅੰਦਰ ਜ਼ਹਿਰ ਓਨਾ ਹੀ ਹੈ। ਅਜੇ ਸੱਪ ਦੀ ਉੱਤੇ ਕੁੰਝ ਸੀ, ਉੱਤੇ ਪੈਰ ਰੱਖਿਆ ਜਾਂਦਾ ਸੀ ਤਾਂ ਵੀ ਡੰਗ ਮਾਰਦਾ ਸੀ। ਹੁਣ ਕੁੰਝ ਲੱਥ ਗਈ ਹੈ, ਜੇ ਤੁਹਾਨੂੰ ਡੰਗ ਮਾਰਦਾ ਹੈ, ਪੈਰ ਰੱਖਿਆ ਜਾਂਦਾ ਤਾਂ ਵੀ ਡੰਗ ਮਾਰਦਾ, ਜ਼ਹਿਰ ਤਾਂ ਵੀ ਤੁਹਾਨੂੰ ਚੜਨਾ ਹੈ। ਹੁਣ ਆਪਣੇ ਵਾਲੇ ਪਾਸੇ ਆ ਜਾਓ। ਜੇ ਤੇ ਤੂੰ ਆਪਣੇ ਆਪ ਨੂੰ ਧਰਮੀ ਅਖਵਾਉਣਾ ਹੈ ਤੇ ਧਰਮੀ ਦੇ ਮਨੁੱਖ ਦੀ ਇੱਕ ਬੜੀ ਤਗੜੀ ਮੁਸ਼ਕਿਲ ਹੁੰਦੀ ਹੈ, ਇਹਨੂੰ ਸਰਟੀਫਿਕੇਟ ਮਿਲ ਜਾਂਦਾ, ਕਲੀਨ ਚਿੱਟ ਮਿਲ ਜਾਂਦੀ ਹੈ ਕਿ ਮੇਰੇ ਨਾਲ ਦਾ ਧਰਮੀ ਕੋਈ ਨਹੀਂ। ਜੇ ਧਰਮੀ ਹੋ ਕੇ ਕੁਝ ਦਿਖਾਵਾ ਛੱਡ ਦਿੱਤਾ ਪਰ ਅੰਦਰੋਂ ਨੀਅਤ ਨਾ ਤੂੰ ਬਦਲੀ ਤੇ ਤੇਰਾ ਧਰਮੀ ਬਣਨ ਦਾ ਫਾਇਦਾ ਕੀ ਹੋਇਆ? ਆਪਾਂ ਫਿਰ ਉਸੇ ਪੰਕਤੀ ਵੱਲ ਆਵਾਂਗੇ, ਜਬ ਤੇ ਨਹੀਂ ਜਬ ਤੇ ਸ਼ੁੱਧ ਨਹੀਂ ਮਨ, ਆਪਣਾ ਮਨ ਹੀ ਸ਼ੁੱਧ ਨਹੀਂ ਹੈਗਾ। ਹੁਣ ਧਰਮੀ ਬਣ ਗਿਆ, ਹੱਥ ਦੇ ਵਿੱਚ ਕੜਾ ਪਾਇਆ, ਮੇਰੀਆਂ ਗੱਲਾਂ ਕਈਆਂ ਨੂੰ ਚੁਭੜੀਆਂ ਨੇ, ਧਿਆਨ ਨਾਲ ਸੁਣ ਲਿਓ। ਹੱਥ 'ਚ ਕੜਾ ਪਾਇਆ, ਮੈਂ ਧਰਮੀ ਆ, ਕੜੇ ਦਾ ਭਾਵ ਪਤਾ ਕਿਸੇ ਇਹ ਹੱਥ ਗਲਤ ਨਾ ਕਰੇ। ਪਰ ਇਹੀਓ ਹੱਥ ਜਿਹੜਾ ਰਿਸ਼ਵਤ ਲੈਂਦਾ ਪਿਆ, ਤੇਰੇ ਕੜੇ ਦਾ ਅਸੀਂ ਚਾਰ ਪਾਉਣਾ ਹੈ। ਕੀ ਕਰਾਂਗੇ ਇਹਨਾਂ ਚੀਜ਼ਾਂ ਦਾ ਜੇ ਤੇਰੇ ਅੰਦਰ ਨੀਅਤ ਰਾਸ ਨਾ ਹੋਈ ਤੇ? ਸੱਪ ਬਿਖ ਛੱਡੈ, ਸਾਪ ਬਿਖ ਛੋਡੈ, ਸੱਪ ਨੇ ਬਿਖ ਛੱਡ ਦਿੱਤੀ। ਅੱਗੇ ਟੈਟੂ ਵਗਾਈ ਫਿਰਦਾ ਸੀ, ਬ੍ਰੈਸਲੇਟਰ ਪਾਈ ਫਿਰਦਾ ਸੀ, ਕਈ ਨਿੱਕੜ ਸੁੱਕੜ ਪਾਈ ਦੇ, ਉਹਨੂੰ ਲਾ ਕੇ ਕੜਾ ਪਾ ਲਿਆ ਪਰ ਅੰਦਰ ਦੀ ਨੀਅਤ ਰਾਸ ਨਹੀਂ ਕੀਤੀ। ਕੜੇ ਪਾਉਣ ਦਾ ਭਾਵ ਇਹ ਸੀ ਤੈਨੂੰ ਗੁਰੂ ਦਾ ਸਿਧਾਂਤ ਚੇਤਾ ਆਵੇ, ਇਹ ਗੁਰੂ ਦਾ ਕਕਾਰ, ਗੁਰੂ ਦੀ ਨਿਸ਼ਾਨੀ ਸੀ। ਕੜਾ ਕੱਲਾ ਲੋਹੇ ਦੀ ਧਾਤ ਨਹੀਂ, ਇਹ ਗੁਰੂ ਦੀ ਨਿਸ਼ਾਨੀ ਹੈ। ਤੈਨੂੰ ਗੁਰੂ ਦਾ ਸਿਧਾਂਤ ਚੇਤਾ ਆਵੇ, ਗੁਰੂ ਸਾਹਿਬ ਕਹਿੰਦੇ ਕੀ ਪਏ ਨੇ। ਜੇ ਤੂੰ ਕੜਾ ਪਾ ਕੇ ਵੀ ਐਸੇ ਹੱਥ ਦੇ ਸੱਜੇ 'ਚ ਹੀ ਪਾਉਂਦੇ ਨਾ, ਆਪਾਂ ਸੱਜੇ 'ਚ ਹੀ ਕੜਾ ਹੈ ਤੇ ਸੱਜੇ ਦੇ ਨਾਲ ਹੀ ਸਾਡਾ ਲੈਣ ਦੇਣ ਚੱਲਦਾ ਹੈ। ਮਨੁੱਖ ਜ਼ਿਆਦਾਤਰ ਜਿਹੜਾ ਕੁਝ ਲੈਫਟੀ ਹੁੰਦੇ ਨੇ, ਖੱਬੂ ਹੁੰਦੇ ਨੇ, ਬਾਕੀ ਸਾਰੇ ਸੱਜੇ ਨਾਲ ਕੰਮ ਕਰਦੇ ਆਪਾਂ। ਸੱਜੇ ਦੇ ਨਾਲ ਹੀ ਰਿਸ਼ਵਤ ਫੜੀ। ਜਦੋਂ ਤੂੰ ਰਿਸ਼ਵਤ ਫੜੀ ਉਦੋਂ ਤੈਨੂੰ ਕੜਾ ਨਜ਼ਰ ਨਹੀਂ ਆਇਆ? ਉਸ ਵੇਲੇ ਤੈਨੂੰ ਕੜਾ ਨਜ਼ਰ ਨਹੀਂ ਆਇਆ ਵੀ ਮੈਂ ਕੜਾ ਗੁਰੂ ਦਾ ਪਾਇਆ ਤੇ ਮੈਨੂੰ ਗੁਰੂ ਸਾਹਿਬ ਰੋਕਦੇ ਪਏ ਨੇ। ਸਾਪ ਬਿਖ ਛੋਡੈ, ਇਹ ਕੁੰਝ ਛੋਡੈ, ਸੱਪ ਨੇ ਕੀ ਕੀਤਾ? ਕੁੰਝ ਛੱਡ ਦਿੱਤੀ, ਬਿਖ ਨਹੀਂ ਛੱਡੀ। ਤੂੰ ਧਰਮੀ ਵਾਲਾ ਬਾਣਾ ਪਾ ਲਿਆ, ਮਨਮੁਖਾਂ ਵਾਲੇ ਕੱਪੜੇ ਲਾ ਦਿੱਤੇ, ਪਰ ਤੇਰੇ ਉਹ ਮਨਮੁਖੀ ਦੇ ਕੱਪੜੇ ਲਾਏ ਦਾ ਕੀ ਕਰਨਾ? ਅੰਦਰ ਨੀਅਤ ਤੇ ਫਿਰ ਉੱਦਾਂ ਦੀ ਉੱਦਾਂ ਰਹੀ ਹੈ। ਲੋਕਾਂ ਦਾ ਹੱਕ ਮਾਰਨਾ ਤੇ ਤੂੰ ਅੱਜ ਵੀ ਨਹੀਂ ਛੱਡਦਾ। ਅੱਜ ਵੀ ਤੇਰੀ ਚੁਗਲੀ ਜਿਹੜੀ ਹੈ ਉਹ ਲੋਕਾਂ ਦੇ ਘਰ ਫੜ ਕੇ ਸਾੜ ਕੇ ਰੱਖ ਕਰ ਦਿੰਦੀ ਹੈ। ਅੱਜ ਤੂੰ ਧਰਮ ਦਾ ਬਾਣਾ ਪਾ ਕੇ ਕਹਿੰਦਾ ਮੈਂ ਮਾਇਆ ਛੱਡ ਦਿੱਤੀ ਹੋਈ ਹੈ, ਪਰ ਅੰਦਰੋਂ ਮਾਇਆ ਦਾ ਜਿਹੜਾ ਉਹ ਪ੍ਰੇਮ ਨਹੀਂ ਦੂਰ ਹੋਇਆ। ਅੰਦਰੋਂ ਮਾਇਆ ਨਹੀਂ ਇੰਨੀ ਵਿਸਾਰੀ ਹੋਈ। ਸਾਡੇ ਬਹੁਤ ਸਾਰੇ ਇਹੋ ਜਿਹੇ ਸਾਧ ਮਿਲਣਗੇ ਤੁਹਾਨੂੰ ਜਿਹੜੇ ਕਹਿੰਦੇ ਜੀ ਬਾਬਾ ਜੀ ਜਿਹੜੇ ਮਾਇਆ ਨੂੰ ਹੱਥ ਨਹੀਂ ਲਾਉਂਦੇ। ਤੇ ਯਾਦ ਰੱਖਿਓ ਜਿਹੜਾ ਸਿਸਟਮ ਜਿੱਦਾਂ ਦਾ ਡਿਜੀਟਲ ਆ ਰਿਹਾ, ਮਾਇਆ ਨੂੰ ਹੱਥ ਲਾਉਣ ਦੀ ਲੋੜ ਵੀ ਕੋਈ ਨਹੀਂ। ਇੱਦਾਂ ਹੀ ਆ, ਸਾਰਾ ਕੁਝ ਆਨਲਾਈਨ ਹੀ ਸਿਸਟਮ ਚੱਲਦਾ, ਟ੍ਰਾਂਜੈਕਸ਼ਨ ਜਿੰਨੀ ਵੀ ਆਨਲਾਈਨ ਹੀ ਹੁੰਦੀ ਹੈ। ਅੱਜ ਕੱਲ੍ਹ ਹਰ ਥਾਂ ਦੇ ਉੱਤੇ ਜਿਹੜਾ ਹੈ ਉਹ ਤੁਹਾਨੂੰ ਕੋਡ ਮਿਲ ਜਾਏਗਾ, ਬਾਰ ਕੋਡ ਮਿਲਦਾ ਹੈ। ਗੂਗਲ ਪੇ ਹੈ, ਫੋਨ ਪੇ ਹੈ, ਪੇਟੀਐਮ, ਕਿੰਨਾ ਕੁਝ ਚੱਲਦਾ ਹੈ। ਇਹ ਮਾਇਆ ਛੱਡਣ ਦਾ ਭਾਵ ਇਹ ਨਹੀਂ ਕਿ ਪੈਸੇ ਨੂੰ ਹੱਥ ਲਾ ਲਿਆ ਵੀ ਉਹ 'ਚ ਪਤਾ ਨਹੀਂ ਕੀ ਲੱਗਾ ਤੇ ਹੱਥਾਂ ਨੂੰ ਲੱਗ ਜਾਣਾ ਹੈ। ਮਾਇਆ ਦਾ ਭਾਵ ਸੀ ਤੇਰੀ ਸੁਰਤ ਦੇ ਵਿੱਚੋਂ ਮਾਇਆ ਭੁੱਲ ਜਾਵੇ। ਜਿਹੜੀ ਸੁਰਤ ਤੂੰ ਟਿਕਾਈ ਹੋਈ ਹੈ ਨਾ ਮਾਇਆ ਦੇ ਉੱਤੇ, ਉਹ ਸੁਰਤ ਤੇਰੀ ਗੁਰੂ ਦੇ ਚਰਨਾਂ ਦੇ ਵਿੱਚ ਟਿਕ ਜਾਵੇ। ਆਹ ਭਾਵ ਸੀ ਮਾਇਆ ਛੱਡਣ ਦਾ। ਪਰ ਇਹਦਾ ਹੋਇਆ ਕਿ ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ। ਇਹ ਹਰੇਕ ਸਵਾਸ ਦੇ ਨਾਲ ਮਾਇਆ ਮੰਗਦਾ, ਹਰੇਕ। ਹਾਂ ਠੀਕ ਹੈ ਕਿ ਮਾਇਆ ਸਾਡਾ ਗੁਜਰਾਨ ਹੈ, ਕਿਉਂਕਿ ਆਪਾਂ ਸਾਰੇ ਨੌਕਰੀਆਂ ਵਾਲੇ ਬੈਠੇ, ਮੇਰੀ ਵੀ ਡਿਊਟੀ ਹੈ, ਤੁਸੀਂ ਵੀ ਨੌਕਰੀਆਂ ਕਰਦੇ ਜੀ।
तू किरत कर सच्ची सुच्ची किरत करके भावें ते लै 10,000 रुपया, सुन लियो, ते भावें कमा 10 लाख रुपया, गुरु नूं कोई इतराज नहीं होगा, क्योंकि गुरु भिखारी नहीं, गुरु दाता है। गुरु नानक साहब पटवारी के पुत्र सन। पर एक गल याद रखी, तेरी 10,000 भी जी तनख्वाह है वह भी सच्ची सुच्ची होनी चाहिए, जी 10 लाख तनख्वाह वह भी सच्ची सुच्ची होनी चाहिए। गुरु नूं दोवें ही प्रवान ने। कई बार असीं कह देने ना, सीधा कह देने माया धारी अत अन्ना बोला, वो ये अर्थ ये नहीं होंगे। हुण एक बंदा, दो भरा सके क्लास च पढ़ते हैं, एक पढ़ ले के इंटैलीजेंट बन के कई अफसर बन गया, एक नलायक रह गया, माड़ा मोटा काम करन लग पिया, उत्थे हुण गुरु का थोड़ी कसूर है। कसूर तो बच्चों का, टीचर ने बराबर पढ़ाया, एक पढ़ गया एक नहीं पढ़िया। जिहड़ा पढ़ गया वो 5-7 लाख रुपया कमाउंदा, जिहड़ा नहीं पढ़िया दिहाड़ियां ला के 10-15 हज़ार कमाउंदा है। तो जिहड़ा हुण 5-7 लाख कमाउंदा 10,000 वाले का चारा तो चलिया नहीं, उदों पढ़िया नहीं, हुण पता की कहंदा, कहंदा जी ये मायाधारी हो गया। पर यह मायाधारी नहीं, इन्हें मेहनत की, ये अपनी मेहनत का मुल लै रहा है। तुसी कमाई करो, रज के कमाई करो। मैं बड़ी बारी कहना ना, गुरु का सिख इन्ना क अमीर होवे कि ये लोग, तुसी कारां दी गल करदे, ये अपना जहाज रख ले। पर एक गल याद रखी, रुपया रुपया वो जहाज़ दे विच बोलदा होवे कि दाता ये मेरे हक की कमाई है, ये चोरी नहीं की हुई, इस किसी बगाने का हक नहीं, तां वो तेरी माया जी पवित्र है, माया प्रवान है। माया नूं सतगुरां ने नहीं मना, क्योंकि जे तुसी माया छड्ड दोगे, मैं जी देखो माया नूं हत्थ नहीं लाउंदा तो भुखा मरेगा, टब्बर कित्थों पालेगा मंगता बन के। गुरु ने तो मंगते बनाया ही सानू कोई नहीं, गुरु ने दाता बनाया है, सरदार बनाया, पातशाह बनाया। इन गरीब सिखन को दिओ पातशाही, उन्हें पातशाहियां दित्तियां ने, तो तू काहदे वास्ते भिखारी बनदा? नहीं, तेरे को कला है, जेरे को गुण है, पढ़िया लिखिया, उहदे मुताबक काम कर, कर्म कर, सच्चा सुच्चा करी, जिन्नी मर्जी कमाई करके भावें 10 कोठियां पाला, गुरु कदी नहीं मना करेगा। एक गल याद रखियो, ये गुरु नानक साहब राजा शिवनाभ दे कोल जांदे ने, वो राजा सी, नीयत साफ सी, उन्होंने किते इतिहास च लिखा कि राजा शिवनाभ नूं क्या होवे कि तू सारा कुछ दान कर दे। सज्जन ठग नूं कहा सी, क्योंकि सज्जन ठग की जिहड़ी हवेली सी ना, वो ठगियां मार के बनाई हुई सी, ते राजा शिवनाभ का जिहड़ा राज सी वो हक ते सच का राज सी। ये गल आपां समझनी है कि जब ते शुद्ध नहीं, मन अपना मन नूं शुद्ध करना, नीयत साफ करनी है। किरत तेरी कोई भी हो सकती है। गुरु साहब तो सानू पातशाहियां देंदे ने, वो तो सानू राज भाग देंदे ने। सिख राज भाग भी करदा, उहदी सुरत जिहड़ी वो माया तो नरलेप रहिंदी है। इत्थे भगत नामदेव जी इहो गल सानू समझा रहे ने, भलिया तू धर्म का बाणा पाया, अपनी नीयत साफ कर, ये ना होवे सप वाला हाल हो जे, सप ने कुंज ते ला दित्ती, अंदर जहर ओने दा ओना ही है। तू मनमुखां वाले कपड़े पा के गुरमुखां वाले कपड़े पा ले, नीयत ते उदां दी माड़ी है, फिर तेरे धर्म का बाणा पाउण दा फायदा की होया? ये फिर बाणा नहीं, ये भेख बन जाएगा। साप कुंज छोड़ै बिख नहीं छाडै। अगे उदाहरण है जी, उदक माहे जैसे बग ध्यान मंड है। उदक कहंदे ने जल नूं, माहे का अर्थ है विच, बग कहंदे ने बगले नूं, मांडे का अर्थ है लाउणा। हुण बगला की करदा है? ये दो साडे कोल पंछी ने, एक हंस है एक बगला है। हंस ते बगला वेखण नूं इक्को जिहे लगदे ने, पर इन्हां दी बिरती दे विच थोड़ा जिहा चेंज है। हंस पानी के कंढे ते रहिंदा है ते बगला भी पानी के कंढे ते रहिंदा है। हंस जिहड़ा वो माणक मोती चुनदा जे, बगला जिहड़ा डड्डियां मच्छियां खांदा है। हुण हंस नूं गुरमुख दे नाल बाणी दे विच तुलना दित्ती है, ते बगले नूं मनमुखां दे नाल तुलना दित्ती होई है। हंस कदी भी डड्डी मच्छी नहीं खावेगा, समाधि वो भी लाउंदा है। कई थावां ते तुसीं छप्पड़ां 'च वेखिआ होवे, हुण तो चलो साडे कोल पिंडां 'चों भी छप्पड़ मुक्कदे जांदे ने ना, छप्पड़ां 'च तुसीं वेखिआ होवेगा बगला ऐ समाधि ला के बैठा है। कोई कहंदा बल्ले बल्ले भी बड़ा हंस वांग बैठा, हंस जापदा है। पर जदों उहदी निगाह दे विच मच्छी कोई आउंदी है ना, वो उस वेले झपट मार के ते चुंझ दे विच लैके डारी मार के गांह जांदा, बह के पैली 'च खाण डिया हुंदा। साडा भी इहो हाल है। असीं समाधि ला के ऐ बाणा जिहड़ा धर्म दा पाया, अपने आप नूं दाड़ा दूड़ा वा के लिशक पुशक के जाने बंदा, लोग कहंदे बंदा बड़ा गुरमुख है, पर उदों पता लगदा जदों इहो जिहे बंदे कूंडा करके गांह जांदे ने। इहो जिहे एक नहीं अनेकां उदाहरणां ने साडे कोल। सतगुरु इत्थे अमृत बाणी दे विच भगत नामदेव जी कह रहे, कहंदे हुण उस बगले दी ध्यान दा तुसीं की करोगे? कई वारी मन ये कहंदा जी इहने धर्म दा बाणा ते पाया, हुण बगले ने भी तो ध्यान लाया ही है। जे बगला ध्यान दे विच मच्छियां खाणियां नहीं छड्डदा, ते उस बगले नूं हंस नहीं कह सकदे। जे एक चिट्टे कपड़े धर्म दा बाणा पा के मनुख नीयत साफ नहीं करदा, हक खाना नहीं छड्डदा, उहनूं तुसीं गुरमुख नहीं कह सकदे। गुरमुख भेख दा नहीं, गुरमुख जीवन दा नाम है।
ਜੇ ਤਨ ਨੇ ਧਰਮੀ ਬਣਨਾ ਹੁੰਦਾ ਤੇ ਦਰਜੀ ਸਭ ਤੋਂ ਪਹਿਲਾਂ ਧਰਮੀ ਹੁੰਦੇ ਜਿਹੜੇ ਕੱਪੜੇ ਸੀਂਦੇ ਨੇ। ਆ ਮੈਂ ਕੱਪੜਾ ਚਿੱਟਾ ਪਾਇਆ ਹੈ ਨਾ, ਇਹ ਧਰਮ ਦਾ ਸੂਚਕ ਹੈ। ਮੈਂ ਦਰਜੀ ਕੋ ਸਵਾ ਕੇ ਲਿਆਇਆ ਪਾਇਆ ਨਾ, ਤੇ ਮੇਰੇ ਤੋਂ ਪਹਿਲਾਂ ਉਹ ਪਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ, ਤੇ ਫਿਰ ਤੇ ਕਥਾ ਤੇ ਉਹ ਕਰ ਲੈਂਦਾ। ਨਹੀਂ, ਧਰਮ ਜਿਹੜਾ ਹੈ ਉਹ ਸਾਡੇ ਮਨ ਨੇ ਧਰਮੀ ਬਣਨਾ ਹੈ, ਸਾਡਾ ਜੀਵਨ ਧਰਮੀ ਹੋਣਾ ਚਾਹੀਦਾ ਹੈ। ਤਨ ਜਿਹੜਾ ਹੈ ਉਹ ਹੋ ਸਕਦਾ ਹੈ ਕਿ ਮੈਨੂੰ ਪੈਂਟ ਸ਼ਰਟ ਵੀ ਪਾਉਣੀ ਪਵੇ, ਮੈਂ ਪਾਉਣਾ ਹੈ। ਹੋ ਸਕਦਾ ਕਿ ਸਾਨੂੰ ਇਹ ਜਦੋਂ ਅਸੀਂ ਘਰ ਦੇ ਕੰਮ ਕਰਦੇ ਹਾਂ, ਕਿਉਂਕਿ ਡੰਗਰ ਡੁੰਗਰ ਰੱਖੇ ਹੁੰਦੇ ਨੇ ਪਿੰਡਾਂ ਵਾਲਿਆਂ ਨੇ, ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ। ਗੋਹਾ ਵੀ ਸੁੱਟਣਾ ਪੈਂਦਾ, ਡੰਗਰਾਂ ਦੇ ਥੱਲੇ ਖੁਰ ਵਧਾਉਣੇ ਪੈਂਦੇ ਨੇ। ਉੱਥੇ ਚਿੱਟੇ ਥੋੜ੍ਹੀ ਕੱਪੜੇ ਪਾਉਣੇ ਨੇ, ਉੱਥੇ ਦੂਜੇ ਕੱਪੜੇ ਗੋਹੇ ਕੂੜੇ ਵਾਲੇ ਰੱਖੇ ਹੋਏ ਨੇ। ਧਰਮ ਨੇ ਜਿਹੜਾ ਉਹ ਤੇਰਾ ਬਾਹਰੀ ਭੇਖ ਨਹੀਂ ਹੈ, ਧਰਮੀ ਜਿਹੜਾ ਉਹ ਤੇਰਾ ਜੀਵਨ ਹੈ। ਹੁਣ ਇੱਥੇ ਭਗਤ ਨਾਮਦੇਵ ਜੀ ਦੂਜੀ ਉਦਾਹਰਨ ਦਿੰਦੇ ਨੇ, ਕਹਿਣਗੇ ਉਦਕ ਮਾਹੇ ਜੈਸੇ ਬਗ ਧਿਆਨ ਮੰਡ ਹੈ। ਜਿਵੇਂ ਇੱਕ ਪਾਣੀ ਦੇ ਵਿੱਚ ਖਲੋਤਾ ਹੋਇਆ ਬਗਲਾ ਧਿਆਨ ਲਾ ਕੇ ਬੈਠਾ ਹੋਇਆ ਹੈ, ਯਾਦ ਰੱਖੀ ਉਹਦੇ ਧਿਆਨ ਲਾਏ ਦਾ ਕੋਈ ਫਾਇਦਾ ਨਹੀਂ ਜੇ ਡੱਡੀਆਂ ਮੱਛੀਆਂ ਖਾਣੋਂ ਨਹੀਂ ਹਟਦਾ। ਇਹਨਾਂ ਦੋ ਪੰਕਤੀਆਂ ਦਾ ਭਾਵ ਇਹ ਹੈ, ਤੂੰ ਘਰ ਬਾਹਰ ਵੀ ਛੱਡ ਦਿੱਤਾ, ਸੰਨਿਆਸੀ ਬਣ ਗਿਆ, ਸਾਧੂ ਬਣ ਗਿਆ, ਜੇ ਤੂੰ ਪ੍ਰਮਾਤਮਾ ਦਾ ਨਾਮ ਜਪਣਾ ਛੱਡ ਕੇ ਤੇ ਸੁਰਤ ਮਾਇਆ ਦੇ ਵਿੱਚ ਲਾਈਏ, ਤੇਰਾ ਹਾਲ ਬਗਲੇ ਵਾਲਾ ਤੇ ਤੇਰਾ ਹਾਲ ਸੱਪ ਵਾਲਾ। ਇਹ ਕਹਿਣ ਲੱਗੇ ਕਾਹੇ ਕੋ ਕੀਜੈ ਧਿਆਨ ਜਪੰਨਾ। ਹੁਣ ਇਹਦੇ ਅਰਥ ਹੋਣਗੇ, ਕੀ ਫਾਇਦਾ ਧਿਆਨ ਲਾਏ ਦਾ ਜੀ? ਅੰਦਰ ਜ਼ਹਿਰ ਹੀ ਰਹੀ, ਅੰਦਰ ਤਬਦੀਲ ਹੀ ਨਹੀਂ ਹੋਇਆ। ਆਣ ਕੇ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਗੁੱਸਾ ਨਾ ਕਰਿਓ ਜਿਹੜੇ ਕਰਦੇ, ਅੰਦਰ ਧਿਆਨ ਤਬਦੀਲ ਨਹੀਂ ਹੋਇਆ, ਚੌਂਕੜਾ ਮਾਰ ਕੇ ਰੋਜ਼ 2-2 ਘੰਟੇ ਬੈਠਾ ਹੁੰਦਾ ਹੈ, ਕੀ ਫਾਇਦਾ? ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਜਿੰਨਾ ਚਿਰ ਆਪਣੀ ਨੀਅਤ ਸਾਫ਼ ਨਹੀਂ ਹੈਗੀ ਉਹਨਾਂ ਚਿਰ ਧਿਆਨ ਦਾ ਕੋਈ ਹਾਲ ਨਹੀਂ। ਅਸੀਂ ਕਰਦੇ ਕੀ ਹਾਂ, ਕਿਸੇ ਦਾ ਹੱਕ ਖਾ ਕੇ ਆਣ ਕੇ ਅਰਦਾਸ ਗੁਰੂ ਅੱਗੇ ਕਰਦੇ, ਪਾਤਸ਼ਾਹ ਕਿਰਪਾ ਕਰੇ। ਮੰਨ ਲਿਆ, ਮੈਂ ਇੱਕੋ ਉਦਾਹਰਨ ਦੇ ਕੇ ਕਿਉਂਕਿ ਸਮਾਂ ਹੋ ਗਿਆ, ਇਹ ਗੱਲ ਮੰਨ ਲਈ ਕਿ ਤੁਹਾਡੀ ਅਰਦਾਸ ਰੱਬ ਸੁਣਦਾ, ਚਲੋ ਸੁਣਦਾ ਸਾਰਿਆਂ ਦੀ, ਹੈ ਨਾ। ਜੇ ਤੂੰ 2 ਘੰਟੇ ਬਹਿ ਕੇ, ਇੱਕ ਅੱਧਾ ਘੰਟਾ ਬਹਿ ਕੇ ਗੁਰੂ ਘਰ ਪਾਠ ਕੀਤਾ, ਬਾਣੀ ਪੜ੍ਹੀ, ਨਾਮ ਜਪਿਆ, ਜੇ ਇਹ ਰੱਬ ਅਰਦਾਸ ਸੁਣਦਾ ਏ, ਤਰਕ ਹੈ ਇੱਕ। ਜੇ ਤੁਸੀਂ ਕਹਿੰਦੇ ਜੇ ਮੈਂ 10 ਮਿੰਟ ਪਾਠ ਕੀਤਾ, ਰੱਬ ਨੇ ਮੇਰੀ ਇਹ ਗੱਲ ਸੁਣੀ ਹੈ, 24 ਘੰਟਿਆਂ 'ਚੋਂ ਅੱਧਾ ਘੰਟਾ ਪਾਠ ਕੀਤਾ, 23.5 ਘੰਟੇ ਜਿਹੜੀ ਬੇਈਮਾਨੀ ਕਰਦੇ, ਫਿਰ ਰੱਬ ਉਹ ਨਹੀਂ ਸੁਣੇਗਾ? ਜੇ ਉਹ ਤੁਹਾਡੀ ਅੱਧਾ ਘੰਟੇ ਦੀ ਚੰਗਾ ਗੱਲ ਸੁਣ ਸਕਦਾ ਏ, ਤੇ 23.5 ਘੰਟੇ ਜੋ ਤੂੰ ਕਰਤੂਤਾ ਕਰਦਾ ਰਿਹਾ ਉਹ ਨਹੀਂ ਰੱਬ ਨੂੰ ਦੇ ਦੀਆਂ? ਉਹ ਵੀ ਦੇ ਦੀਆਂ ਨੇ। ਜੇ ਤੂੰ ਅੱਧੇ ਘੰਟੇ ਦਾ ਫਲ ਮੰਗਦਾ ਹੈ ਨਾ, ਨੀਅਤ ਖੋਟੀ ਹੈ, ਤਾਂ ਤੈਨੂੰ 23.5 ਘੰਟੇ ਦਾ ਫਲ ਵੀ ਮਿਲਣਾ ਹੈ ਨਾਲ। ਇਹ ਗੱਲ ਬਰਾਬਰ ਹੈ, ਚੱਲਣੀ ਹੈ। ਕਿਉਂਕਿ ਆਪਾਂ ਪਿਛਲੇ ਵੀ ਸਮੇਂ 'ਚ ਵੀ ਬਚਨ ਸਾਂਝਾ ਕੀਤਾ ਸੀ ਕਿ ਉਹ ਪਰਮਾਤਮਾ ਕੋਈ ਨਿਆਣਾ ਨਹੀਂ, ਉਹ ਰੱਬ ਜਿਹੜਾ ਉਹ ਅਣਜਾਣ ਨਹੀਂ ਹੈਗਾ। ਸਾਡੇ ਅੱਗੇ ਭੁਲੇਖਾ ਪਾਇਆ ਜਾ ਸਕਦਾ ਹੈ, ਪਰ ਉਹਦੇ ਅੱਗੇ ਕੀ ਭੁਲੇਖਾ ਪਾਓਗੇ? ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਉਹ ਤੇ ਤੇਰੇ ਅੰਦਰ ਦੀ, ਤੇਰਾ ਗੁੜਕੇ ਫੜਨ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ। ਤੂੰ ਹੁਣ ਆਣ ਕੇ ਕਹਿੰਦਾ ਮਹਾਰਾਜ ਕਾਰੋਬਾਰਾਂ 'ਚ ਵਾਧੇ ਕਰ, ਕਾਰੋਬਾਰ ਉਹ ਕੰਮ ਤੇਰਾ ਸ਼ਰਾਬ ਦਾ ਹੈ, ਕੰਮ ਤੇਰਾ ਨਸ਼ੇ ਦਾ ਹੈ, ਕੰਮ ਤੇਰਾ ਜੂਏ ਖਾਣੇ ਦਾ। ਉੱਥੇ ਰੱਬ ਇਹ ਥੋੜ੍ਹੀ ਕਹੇਗਾ ਤੂੰ ਨਸ਼ੇ ਤੇ ਸਾਰੇ ਮਾਵਾਂ ਦੇ ਪੁੱਤ ਲਾ ਦੇ ਫੜ ਕੇ। ਸੋ ਇਸ ਕਰਕੇ ਤੇਰੇ ਕੀਤੇ ਹੋਏ ਪਾਠ ਦਾ ਅਰਦਾਸ ਦਾ ਕੋਈ ਫਾਇਦਾ ਨਹੀਂ ਜੇ ਤੇਰੀ ਨੀਅਤ ਰਾਸ ਨਹੀਂ ਹੈਗੀ, ਤੇਰਾ ਆਪਣਾ ਜੀਵਨ ਨਹੀਂ ਤਬਦੀਲ ਹੁੰਦਾ। ਜਬ ਤੇ ਸ਼ੁੱਧ ਨਾਹੀ ਮਨ ਆਪਣਾ ਰਹਾਓ। ਅੱਗੇ ਕਹਿ ਲਗੇ ਸਿੰਘ 'ਚ ਭੋਜਨ ਜੋ ਨਰ ਜਾਣੈ। ਸਿੰਘ ਕਹਿੰਦੇ ਨੇ ਸ਼ੇਰ ਨੂੰ, ਸਿੰਘ 'ਚ ਦਾ ਅਰਥ ਕਰਾਂਗੇ ਸ਼ੇਰ ਵਰਗਾ ਭੋਜਨ, ਭਾਵ ਨਰਦਈ ਪੁਣੇ ਵਾਲਾ। ਹੁਣ ਸ਼ੇਰ ਸ਼ਿਕਾਰ ਕਰਦਾ ਹੈ, ਇੱਦਾਂ ਥੋੜ੍ਹੀ ਕਹਿੰਦਾ ਵੀ ਬੱਕਰੀ ਨੂੰ ਆਖੇ ਵੀ ਭੈਣ ਬਣ ਕੇ ਆ ਜਾ ਮੈਂ ਤੈਨੂੰ ਖਾ ਲਵਾਂ, ਇੱਦਾਂ ਕਹਿੰਦਾ। ਉਹ ਬੱਕਰੀ ਭੱਜਦੀ, ਉਹ ਜਾ ਕੇ ਝਪਟ ਮਾਰਦਾ ਹੈ, ਨਰਦਈ ਪੁਣਾ ਹੈ ਨਾ ਉਹਦਾ। ਇੱਕੋ ਪੱਖ ਲੈਣਾ ਬਸ ਉਦਾਹਰਨ ਦਾ। ਮਨੁੱਖ ਦਾ ਹਾਲ ਕੀ ਹੈ? ਅਸੀਂ ਕਹਿੰਦੇ ਜੀ ਬੱਲੇ ਬੱਲੇ ਘਰ ਫਰਿੱਜ ਜੂਸ ਨਾ ਭਰੀ ਪਈ ਹੈ, ਅਨਾਰਾਂ ਨਾਲ ਭਰੀ ਹੈ, ਸੇ ਨਾ ਭਰੀ ਪਈ ਹੈ। ਮੈਂ ਅਕਸਰ ਹੀ ਕਹਿੰਦਾ ਹੁੰਦਾ ਜਿਹੜਾ ਲਾਲ ਲਾਲ ਜੂਸ ਹੈ ਨਾ ਅਨਾਰਾਂ ਦਾ, ਇਹ ਜੇ ਤੇ ਹੱਕ ਦੀ ਕਮਾਈ ਤੇ ਅਨਾਰ ਨੇ, ਜੂਸ ਅਨਾਰਾਂ ਦਾ। ਜੇ ਬੇਹੱਕ ਦੀ ਕਮਾਈ ਇਹ ਅਨਾਰਾਂ ਦਾ ਜੂਸ ਨਹੀਂ, ਇਹ ਗਰੀਬ ਦਾ ਖੂਨ ਪੀ ਰਿਹਾ ਤੂੰ, ਇਹ ਗੱਲ ਯਾਦ ਰੱਖੀ। ਹੁਣ ਇੱਥੇ ਭਗਤ ਨਾਮਦੇਵ ਕਹਿੰਦੇ ਨੇ ਕਿ ਸਿੰਘ 'ਚ ਭੋਜਨ ਜੋ ਨਰ ਜਾਣੇ, ਜਿਹੜਾ ਮਨੁੱਖ ਸ਼ੇਰ ਵਰਗਾ ਨਰਦਈ ਪੁਣੇ ਵਾਲਾ ਭੋਜਨ ਕਰਦਾ, ਭਾਵ ਗਰੀਬ ਦੀ ਰੋਟੀ ਖਾ ਕੇ ਆਪਣੇ ਬੱਚਿਆਂ ਨੂੰ ਖਵਾਉਣਾ ਹੈ। ਫਿਰ ਗਾਂ ਬੱਚੇ ਉੱਦਾਂ ਦੇ ਨਿਕਲਦੇ, ਅਸੀਂ ਫਿਰ ਰੋਨੇ ਬਾਬਾ ਜੀ ਪਤਾ ਨਹੀਂ ਕੀ ਗੱਲ ਹੋ ਗਈ, ਔਲਾਦ ਚੰਗੀ ਨਹੀਂ ਨਿਕਲੀ, ਖੁਰਾਕ ਹੀ ਚੰਗੀ ਨਹੀਂ ਦਿੱਤੀ, ਔਲਾਦ ਕਿੱਥੋਂ ਚੰਗੀ ਨਿਕਲਣੀ ਸੀ? ਜਿਹੋ ਜਿਹੀ ਡਾਈਟ ਦਿਓਗੇ ਉਹ ਜਿਹੋ ਜਿਹਾ ਬੀਜ ਪਾਓਗੇ ਜ਼ਮੀਨ 'ਚ, ਫਲ ਤੇ ਉਹੋ ਜਿਹਾ ਮਿਲਣਾ ਹੈ ਨਾ। ਬੱਚਿਆਂ ਦਾ ਕੀ ਕਸੂਰ ਹੈ? ਬੱਚਿਆਂ ਨੂੰ ਤੇ ਤੂੰ ਸਾਰੀ ਉਮਰ ਹਰਾਮ ਦੀ ਕਮਾਈ ਖਵਾਉਂਦਾ ਰਿਹਾ। ਹੁਣ ਉਹਨਾਂ ਬੱਚਿਆਂ ਦੀ ਬਿਰਤੀ ਵੀ ਉੱਦਾਂ ਦੀ ਬਣ ਕੇ ਰਹਿ ਗਈ। ਹੁਣ ਕਸੂਰ ਕਰਦਾ ਪਤਾ ਨਹੀਂ ਜੀ ਕਿੱਥੇ ਪਰਵਰਿਸ਼ 'ਚ ਜਿਹੜਾ ਸੀ ਕਮੀ ਰਹਿ ਗਈ। ਕਮੀ ਪਰਵਰਿਸ਼ ਦੇ ਵਿੱਚ ਨਹੀਂ, ਕਮੀ ਤੇਰੀ ਕਮਾਈ ਦੇ ਵਿੱਚ ਰਹਿ ਗਈ ਸੀ। ਤੂੰ ਕਿ ਹੱਕ ਦੀ ਕਮਾਈ ਬੱਚਿਆਂ ਨੂੰ ਖਵਾਉਂਦਾ, ਅੱਧੀ ਰੋਟੀ ਖਵਾ ਦਿੰਦਾ, ਪਰ ਬੱਚੇ ਨਾਲ ਇਨਸਾਨੀਅਤ ਉਹਦੇ ਅੰਦਰ ਹੁੰਦੀ। ਗੱਲ ਨੂੰ ਨੇੜੇ ਰੱਖਾਂ, ਕਹਿਣਗੇ ਐਸੇ ਹੀ ਠੱਗ ਦਿਓ ਬਖਾਨੇ। ਇਹੋ ਜਿਹੇ ਮਨੁੱਖ ਨੂੰ ਜਿਹੜਾ ਹੱਕ ਮਾਰ ਕੇ ਲੋਕਾਂ ਦਾ ਆਪਣਾ ਘਰ ਪੂਰਾ ਕਰਦਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਇਹੋ ਜਿਹੇ ਮਨੁੱਖ ਨੂੰ ਲੋਕ ਠੱਗ ਕਹਿੰਦੇ ਨੇ।
लोग धोखेबाज कईयां दा नाम पिया हुंदा कि बंदा जिहड़ा ठग जे कहंदे इहो ਜਿਹੇ ਨੂੰ मनुख ਨੂੰ लोग ठग ਕਹਿੰਦੇ ने। अखीर ते कह लगे नामे के स्वामी लाहे ले झगड़ा, कह लगे हे नामे दे स्वामी भाव हे प्रभु मेरे को आ जिहड़ा झगड़ा पिया होया ना, आ जिहड़ा मुसीबत पई हुई है ये ला दे। केड़ी लाउणी है? कह लगे राम रसायन पीओ रे दगरा, कहते हे झगड़ालू मनुख तू आ मनुख फालतू दियां गल्लां छड्ड दे कि की सही है की गलत है। इन्हां सारियां चीज़ां नूं एक पासे रख के परमात्मा दा नाम दा रस पीना शुरू कर दे। तू परमात्मा दे नाम वाले पासे नीयत साफ रख के बाणी पढ़नी शुरू कर दे, मन अपने आप ही शुद्ध हो जाएगा। जे नीयत रास ना होई तो याद रखी तेरी जुबान नूं नाम दा रस कोई नहीं आउणा। जुबान नूं रस भी उदों ही आउंदा है, याद रखियो जो वो रस माणदी है, जो जुबान बेरसी हो जाए ना उन्होंने फिर रस नहीं आता। कई बार इदां दा मैडिकल प्रॉब्लम हो जाती है ना, कहते मेरी जुबान नूं टेस्ट नहीं आता, वो बीमारी पै गई कोई ना कोई, जुबान नूं हुण रस नहीं आ रहा, अंदर नूं ईरखा की बीमारी पै गई, अंदर नूं बेईमानी की बीमारी पै गई, नाम का रस कित्थों आउणा सी। कह लगे नामे के स्वामी लाहे ले झगड़ा, कहते भगत नामदेव जी कहते कि परमात्मा ने नामदेव दे परमात्मा ने उन्हें स्वामी ने एक झगड़ा निबेड़ के ये गल क्लीयर कर दी कि राम रसायन पियो रे दगरा, हे झगड़ालू मनुख तू झगड़ा ना करया कर, तू ईरखा ना करया कर, दंगा फसाद ना करया कर, चुप करके परमेश्वर का नाम जपया कर। नाम जपन दे विच ही भला है। सो इस पावन शब्द की विचार समुचा तत्त भाव इहदा गुरमुखों ये निकलता है। जो असीं बाणी पढ़ते हैं साडी नीयत जरूर साफ होनी चाहिए। ठीक है मन च फुरने गलत उठते हैं, वो गुरु की बाणी तो सही कर देगी, पर जे तुसीं किसी का हक मार के बेईमानी करके गुरु घर च आउंदे जे, गुरु उन्होंने नहीं कभी भी माफ़ कर सकता। इन्नियां बेनतियां प्रवान होईयां भुलां गलतियां दी खिमा। आओ पावन पंक्तियां का जाप सरवण करके समाप्ति करिए। नामे के स्वामी लाहे ले झगड़ा, राम रसायन पियो रे दगरा। वाहिगुरु जी का खालसा वाहिगुरु जी की फतेह।